25-26 ਸਾਲ ਤੋਂ ਜਿਹੜੇ ਕੰਮ ਨਹੀਂ ਹੋਏ ਸੀਗੇ ਇਹਨਾਂ 5-6 ਸਾਲਾਂ 'ਚ ਗਣੇਸ਼ ਕੁਮਾਰ ਵਿੱਕੀ ਨੇ ਉਹ ਕੰਮ ਕਰਕੇ ਦਿਖਾਏ ਨੇ ਜਿਹੜੇ ਤਕਰੀਬਨ ਪਿੱਛੇ ਨਹੀਂ ਕਰ ਸਕੇ। ਔਰ ਅਸੀਂ ਬੜੇ ਖੁਸ਼ ਹਾਂ ਕਿ ਇਹੋ ਜਿਹਾ ਸਾਨੂੰ MC ਦੁਬਾਰਾ ਮਿਲੇ ਔਰ ਇਹੋ ਜਿਹੇ ਕੰਮ ਅੱਛੇ ਕਰਦਾ ਰਹੇ। ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਆਪਣੇ MC ਸਾਹਿਬ ਦਾ। ਇਹ ਸਾਡੇ MC ਸਾਹਿਬ ਨਹੀਂ ਹੈਗੇ, ਇਹ ਸਾਡੇ ਸਮਾਜ ਦੇ ਸੇਵਕ ਨੇ ਔਰ 15-20 ਸਾਲ ਤੋਂ ਸਮਾਜ ਦੀ ਸੇਵਾ ਕਰਦੇ ਰਹੇ ਸੀ। ਇਸੇ ਕਰਕੇ ਇਹਨਾਂ ਨੂੰ ਆਜ਼ਾਦ ਤੌਰ ਤੇ ਸਾਡੇ ਵਾਰਡ ਨੇ ਜਿਤਾਇਆ ਸੀ ਔਰ ਇਹਨਾਂ ਨੇ ਉਸ ਵਾਰਡ ਨੂੰ ਜਿੰਨਾ ਕਿ ਇਹਨਾਂ ਨੇ ਕਿਹਾ ਸੀ ਵੀ मैं काम कर देंगा उस तो ज़्यादा काम कर देते हैं। वार्ड नंबर 39 4 क्वार्टर के पूर्व पार्षद गणेश कुमार विक्की लगातार वार्ड के विकास के लिए कार्यरत हैं। ज्ञात रहे कि पिछले नगर निगम चुनाव के दौरान गणेश कुमार विक्की को भाजपा की ओर से पार्षद की टिकट नहीं दी गई थी, जिसके चलते वह आजाद रूप में चुनाव लड़े थे और विजेता बने। इसके बाद वह लगातार वार्ड के विकास के लिए कार्यों में लगे रहे और भाजपा से खफा होकर उन्होंने कांग्रेस पार्टी का दामन थाम लिया। इस समय वह लगातार विकास कार्यों में कार्यरत हैं। वहीं वार्ड निवासी भी उनके कार्यों से संतुष्ट हैं। वार्ड निवासियों से बात करने पर उन्होंने बताया कि वार्ड में जो 25 वर्षों से कार्य नहीं हुए थे वह कार्य गणेश कुमार विक्की ने 5 वर्षों में करवाए हैं। उन्होंने कहा कि वार्ड में नाला, पार्क, वार्ड की गलियां आदि को पार्षद गणेश कुमार विक्की की ओर से बनाया गया है, जो बहुत बढ़िया कार्य है। इससे वार्डवासी खुश हैं तथा वह चाहते हैं कि आगे भी उन्हें ऐसा ही पार्षद मिले। उन्होंने कहा कि समाज सेवा में गणेश कुमार विक्की पूरी तरह से सेवाएं निभा रहे हैं। वार्ड की गलियां, नालियों व पार्क का कायाकल्प किया गया है। किसी भी व्यक्ति को कोई समस्या आती है तो यह अपने तौर पर उसकी समस्या का हल करने में पीछे नहीं रहते और वह ऐसे पार्षद से खुश हैं। और वहीं पूर्व पार्षद गणेश कुमार विक्की ने कहा कि करीब 5 वर्ष पहले वह वार्ड से आजाद उम्मीदवार के रूप में चुनाव लड़े थे और जीत प्राप्त की थी। जब वार्ड का कार्यभार उन्होंने संभाला तो बहुत समस्याएं थी, जिसे देखते हुए गलियों का कार्य सबसे पहले करवाया गया। उन्होंने कहा कि यहाँ कम्युनिटी हॉल की मांग थी, जो तैयार करवाया गया। इसके अलावा और भी जो वार्ड की परेशानियां थी वह भी खत्म की गई। उन्होंने कहा कि वह सदा समाज से जुड़े रहे हैं तथा जुड़े रहेंगे। और वहीं उन्होंने कहा कि वार्ड के कार्य विधायक की देखरेख में करवाए जा रहे हैं, इसके लिए वह उनके आभारी हैं। तकरीबन 25-26 साल तो ਜਿਹੜੇ ਕੰਮ ਨਹੀਂ ਹੋਏ ਸੀਗੇ ਇਹਨਾਂ 5-6 ਸਾਲਾਂ 'ਚ ਗਣੇਸ਼ ਕੁਮਾਰ ਵਿੱਕੀ ਨੇ ਉਹ ਕੰਮ ਕਰਕੇ ਦਿਖਾਏ ਨੇ ਜਿਹੜੇ ਤਕਰੀਬਨ ਪਿੱਛੇ ਨਹੀਂ ਕਰ ਸਕੇ। ਔਰ ਇਹ 'ਚ ਨਾਲਾ ਬਣਿਆ ਪਿਛਲੇ ਪਾਸੇ ਬਹੁਤ ਵਧੀਆ, ਬਹੁਤ ਅੱਛੇ ਤਰੀਕੇ ਨਾਲ ਬਣਿਆ। ਇੱਕ ਪਾਰਕ ਹੈ, ਪਾਰਕ ਕਾਫੀ ਦੇਰ ਤੋਂ ਸਾਡੀ ਮੰਗ ਸੀਗੀ ਵੀ ਪਾਰਕ ਚਾਹੀਦੀ ਇੱਥੇ, ਵੀ ਸਾਡੀ ਮੰਗ ਨਹੀਂ ਤਕਰੀਬਨ ਪੂਰੀ ਹੋਈ। ਹੁਣ ਇਹ ਵਿੱਕੀ ਗਣੇਸ਼ ਕੁਮਾਰ ਵਿੱਕੀ ਬਣਨ ਦੀ ਵਜ੍ਹਾ ਨਾਲ ਇਹ ਪਾਰਕ ਦਾ ਬੜਾ ਅੱਛਾ ਤਰੀਕੇ ਨਾਲ ਉਸਾਰੀ ਕੀਤੀ ਹੈ ਨਾ ਔਰ ਬੈਠਣ ਦੀ ਜਗ੍ਹਾ ਬਣੀ ਹੈ ਫਸਟ ਕਲਾਸ ਔਰ ਬਹੁਤ ਵਧੀਆ, ਸਭ ਨੂੰ ਅੱਛਾ ਲੱਗਦਾ ਇਹਦਾ। ਬਾਕੀ ਇਹ ਸੜਕ ਬਣੀ ਹੈ ਨਵੀਂ, ਕਾਫੀ ਦੇਰ ਤੋਂ ਸਾਡੀ ਮੰਗ ਸੀਗੀ ਪਰ ਸੜਕ ਬਣੇ, ਕਾਫੀ ਦੇਰ ਤੋਂ ਪਿੱਛੇ ਹੀ ਬੈਕ ਹੀ ਚੱਲ ਰਹੀ ਸੀ। ਹੁਣ ਇਹ ਗਣੇਸ਼ ਕੁਮਾਰ ਦੀ ਵਿੱਕੀ ਦੀ ਮਿਹਨਤ ਦੇ ਸਦਕੇ ਇਹ ਸੜਕ ਕਾਫੀ ਅੱਛੇ ਤਰੀਕੇ ਨਾਲ ਬਣੀ ਹੈ ਔਰ ਅਸੀਂ ਬੜੇ ਖੁਸ਼ ਹਾਂ ਕਿ ਇਹੋ ਜਿਹਾ ਸਾਨੂੰ MC ਦੁਬਾਰਾ ਮਿਲੇ ਔਰ ਇਹੋ ਜਿਹੇ ਕੰਮ ਅੱਛੇ ਕਰਦਾ ਰਹੇ। ਔਰ ਪਿਛਲੇ ਪਾਸੇ ਪਾਰਕ ਦੇ ਨਾਲ ਹੀ ਕੰਧ ਲੱਗਦੀ ਹੈ, ਉਹਦੇ ਪਿਛਲੇ ਪਾਸੇ ਗਲੀ ਵੀ ਥੋੜ੍ਹੇ ਦਿਨਾਂ 'ਚ ਹੀ ਇਹਨਾਂ ਕੰਮ ਸਟਾਰਟ ਕੀਤਾ। ਹੁਣ ਦੇਖ ਕੇ ਆਇਆ ਅਸੀਂ ਸਾਰੇ ਹੀ ਜਾ ਕੇ, ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਹੇ ਨੇ ਔਰ ਮੈਂ ਬੜਾ ਖੁਸ਼ ਹਾਂ ਇਹਨਾਂ 'ਤੇ। ਜੈ ਹਿੰਦ, ਜੈ ਭਾਰਤ। मैं वार्ड नंबर 39 ਦਾ ਵਾਸੀ ਹਾਂ ਔਰ ਮੈਂ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਨਾ ਆਪਣੇ MC ਸਾਹਿਬ ਦਾ। ਇਹ ਸਾਡੇ MC ਸਾਹਿਬ ਨਹੀਂ ਹੈਗੇ, ਇਹ ਸਾਡੇ ਸਮਾਜ ਦੇ ਸੇਵਕ ਨੇ ਔਰ 15-20 ਸਾਲ ਤੋਂ ਸਮਾਜ ਦੀ ਸੇਵਾ ਕਰਦੇ ਰਹੇ ਸੀ। ਇਸੇ ਕਰਕੇ ਇਹਨਾਂ ਨੂੰ ਆਜ਼ਾਦ ਤੌਰ ਤੇ ਸਾਡੇ ਵਾਰਡ ਨੇ ਜਿਤਾਇਆ ਸੀ ਔਰ ਇਹਨਾਂ ਨੇ ਉਸ ਵਾਰਡ ਨੂੰ ਜਿੰਨਾ ਕਿ ਇਹਨਾਂ ਨੇ ਕਿਹਾ ਸੀ ਵੀ मैं काम कर देंगा ਉਸ ਤੋਂ ਜ਼ਿਆਦਾ ਕੰਮ ਕਰ ਦਿੱਤੇ ਨੇ। ਵਾਰਡ ਦੇ ਵਿੱਚ ਇਹਨਾਂ ਨੇ ਗਲੀਆਂ, ਨਾਲੀਆਂ, ਪਾਰਕ, ਮੈਂ ਕਿਹਾ ਸੀ ਸਾਡੇ ਕੋਲ ਇੰਨੇ ਅਲਫਾਜ਼ ਹੀ ਨਹੀਂ ਵੀ ਅਸੀਂ ਕਰ ਸਕੀਏ। ਨਾਲ ਬਜਰੀ ਕੰਪਨੀ ਲੱਗਦੀ ਆ, ਤਕਰੀਬਨ ਉਹਦਾ ਜੰਝ ਘਰ ਪੱਕੇ ਸਾਰੇ ਇਲਾਕਾ ਪੱਕਾ ਕਰ ਦਿੱਤਾ, ਕੋਈ ਚੀਜ਼ ਵੀ ਨਹੀਂ ਰਹਿਣ ਦਿੱਤੀ ਵੀ ਜਿਹਦੇ ਵਿੱਚ ਇਹਨਾਂ ਦੀ ਕੋਈ ਕਸਰ ਰਹਿਣ ਦਿੱਤੀ। ਅਸੀਂ ਕਿ ਚਾਹੁੰਦੇ ਹਾਂ ਵੀ ਬਾਰ-ਬਾਰ ਇਹੋ ਹੀ ਸਾਨੂੰ MC ਚਾਹੀਦੇ ਨੇ ਔਰ ਇਹਦੇ ਵਰਗੇ ਬੰਦੇ ਚਾਹੀਦੇ ਜਿਹੜੇ ਮਿਲ ਕੇ ਕੰਮ ਕਰਨ ਔਰ ਸਮਾਜ ਦੀ ਸੇਵਾ ਕਰਨ। ਰਾਤ ਨੂੰ 2 ਵਜੇ ਆਵਾਜ਼ ਮਾਰੋ ਵੀ ਇਹ ਕੰਮ ਹੈਗਾ, ਕੋਈ ਬੰਦਾ ਬਿਮਾਰ ਹੈ, ਕੋਈ ਕਿਸੇ ਨੂੰ ਕੋਈ ਪਰੇਸ਼ਾਨੀ ਹੈ, ਇਹਨਾਂ ਨੇ ਮਿੰਟ ਨਹੀਂ ਲਾਣਾ अपने मतलब कि इन्होंने उस वेले अपनी कार करनी है, बंदे बिच बिठाना, ना कोई खर्चा ना कोई पानी। इस तक साढ़े को उन्होंने कभी पानी भी नहीं पीता, कोई चाह भी नहीं पीती। काम करते हैं बस, काम करी जाते हैं। इन्होंने एको ही लगना भी काम करना समाज का और कोई मेरा ख्याल है भी कोई कसर ही नहीं रहती थी समाज के भी कोई काम साडा रहिंदा होए। वार्ड दे वार्ड नंबर 39 इस समय जिहड़ा जन्नत बन गया, जिन्ना भी काम सारा ही मेरे ख्याल तकरीबन 100% हो गया। 1% की कमी भी सानू नहीं लभे करती इस समय। धन्यवाद जी। इस तरह जी ਅੱਜ करीब 5.5 साल हो गए ने पार्षद बने हुए। मैनू टिकट नहीं मिली
ਔਰ ਲੋਕਾਂ ਨੇ ਮੈਨੂੰ ਆਜ਼ਾਦ ਉਮੀਦਵਾਰ ਤੌਰ ਤੇ ਇਲੈਕਸ਼ਨ ਲੜਵਾਇਆ। ਸਾਰੇ ਹੀ 4 ਮਰਲੇ ਦੇ ਬਜ਼ੁਰਗ, ਸਾਰੀਆਂ ਮਾਤਾ ਭੈਣਾਂ, ਸਾਰੇ ਮੇਰੇ ਫਰੈਂਡ ਸਰਕਲ ਸਾਰਿਆਂ ਨੇ ਕਿਹਾ ਕਿ ਇਲੈਕਸ਼ਨ ਲੜਨਾ ਪੈਣਾ ਹੈ ਤੁਹਾਨੂੰ। ਤੇ ਉੱਥੇ ਮੇਰਾ ਰੈਜ਼ੀਡੈਂਸ ਆ ਔਰ ਉਸ ਦੇ ਨਾਲ ਇੱਕ ਬਰਮਾ ਸ਼ਲ ਦਾ ਏਰੀਆ ਜਿਹੜਾ ਥੋੜਾ ਦੂਰ ਆ, ਹਟਮਾ ਹੈ। ਔਰ ਜਿੱਥੇ ਜਦੋਂ ਮੈਂ ਇਸ ਇਲਾਕੇ ਦੇ ਵਿੱਚ ਇਲੈਕਸ਼ਨ ਲੜ ਲਈ, ਗਲੀਆਂ ਦੀ ਵਿਜ਼ਿਟ ਕੀਤੀ ਤਾਂ ਬਹੁਤ ਬੁਰੀ ਹਾਲਾਤ ਸੀ। 12-13 ਗਲੀਆਂ ਨੇ ਕਰੀਬ ਇੱਥੇ। ਔਰ ਨਾਲ ਇੱਥੇ ਜਿਹੜੇ ਮੇਰੇ ਵੀਰ ਮੇਰੇ ਨਾਲ ਚੱਲੇ, ਉਹ ਮੈਨੂੰ ਨਾਲ ਅਗਾਹ ਕਰਦੇ ਗਏ ਕਿ ਇੱਥੇ ਇਹ ਕੰਮਾਂ ਦੀ ਜ਼ਰੂਰਤ ਹੈ। ਸਭ ਤੋਂ ਪਹਿਲਾਂ ਜਦੋਂ ਮੈਂ ਦੇਖਿਆ ਕਿ 12-13 ਗਲੀਆਂ ਦੀ ਹਾਲਤ ਬਹੁਤ ਬੁਰੀ ਹੈ, ਤੇ 12-13 ਗਲੀਆਂ ਨੂੰ ਪਹਿਲਾਂ ਪ੍ਰੋਪਰ ਤਰੀਕੇ ਨਾਲ ਬਣਵਾਇਆ ਗਿਆ, 1-2 ਗਲੀ ਛੱਡ ਕੇ, ਔਰ ਜਿਸ ਦਾ ਕੰਮ ਤੁਸੀਂ 10-15 ਦਿਨ ਦੇ ਵਿੱਚ ਉਹ ਵੀ ਸ਼ੁਰੂ ਹੋ ਜਾਣਾ ਹੈ। ਔਰ ਇੱਥੇ ਇੱਕ ਭਾਰੀ ਮੰਗ ਸੀ ਕਮਿਊਨਿਟੀ ਹਾਲ ਦੀ, ਔਰ ਕਮਿਊਨਿਟੀ ਹਾਲ ਜਿਹੜਾ ਹੈ ਇਹ 2 ਸਾਲ ਪਹਿਲੇ ਕਰੀਬ ਬਣਾ ਕੇ ਬਿਲਕੁਲ ਤਿਆਰ ਕਰ ਦਿੱਤਾ। ਔਰ ਇੱਥੇ ਬਹੁਤ ਸਾਰੇ ਬਜ਼ੁਰਗ, ਮੇਰੀ ਵਿਧਵਾ ਭੈਣਾਂ ਜਿਨ੍ਹਾਂ ਦੀ ਪੈਨਸ਼ਨ ਨਹੀਂ ਸੀ ਲੱਗੀ ਦੀ, ਓਵਰਆਲ 745 ਪੈਨਸ਼ਨ ਜਿਹੜੀ ਆ ਹੁਣ ਤੱਕ ਲਗਵਾ ਚੁੱਕਾ ਮੈਂ। ਇਸ ਜਗ੍ਹਾ ਤੇ ਸੀਵਰੇਜ ਪਾਈਪਲਾਈਨਸ ਪਈ ਹੋਈ, ਉਹ ਸੰਨ 47 ਤੋਂ ਜਦੋਂ ਦਾ ਦੇਸ਼ ਆਜ਼ਾਦ ਹੋਇਆ, ਲੋਕ ਰੇਲਵੇ ਦੇ ਪਾਰ ਹੀ ਟਾਇਲਟ ਕਰਨ ਜਾਂਦੇ ਸਨ, ਤਾਂ ਸੀਵਰੇਜ ਦੀਆਂ ਪਾਈਪਾਂ ਵੀ ਕੋਈ ਲਗਭਗ 250-300 ਪਰਿਵਾਰ ਨੂੰ ਪਵਾ ਕੇ ਦਿੱਤੀਆਂ, ਵਾਟਰ ਸਪਲਾਈ ਡਲਵਾ ਕੇ ਦਿੱਤੀ, ਗਲੀਆਂ ਜਿਹੜੀਆਂ ਅੰਡਰਗਰਾਊਂਡ ਕੀਤੀਆਂ ਗਈਆਂ ਇੱਥੇ ਦੀਆਂ। ਔਰ ਇੱਕ ਸ਼ੌਚਾਲਿਆ ਦੇ ਪੈਸੇ ਆਉਂਦੇ ਨੇ 6600 ਰੁਪਏ ਦੀ ਕਿਸ਼ਤ, ਔਰ ਜਿਸ ਦੇ ਵਿੱਚ 207 ਫਲੈਸ਼ ਵਾਰਡ ਨੰਬਰ 39 ਦੀ ਪਾਸ ਹੈ, ਜਿਸ ਦੇ ਵਿੱਚ 191 ਬ੍ਰਹਮਾਸ਼ਾਲ ਏਰੀਆ ਔਰ ਲਗਭਗ 15 ਤੋਂ 20 ਟਾਇਲਟ ਜਿਹੜੇ 4 ਮਰਲੇ ਸੀ, ਉਹਨਾਂ ਨੂੰ ਜਿਹੜੇ ਪੈਸੇ ਕਿਸ਼ਤਾਂ ਤੌਰ ਤੇ ਦਿਲਵਾਏ ਗਏ। ਇਸ ਦੇ ਨਾਲ ਜਿਹੜਾ ਇਸ ਤੋਂ ਹਟ ਕੇ ਅਸੀਂ 4 ਮਰਲੇ ਚੱਲ ਜਾਈਏ, ਅੱਜ ਕਰੀਬ 5 ਸਾਲ ਦੇ ਜੇ 2 ਮਹੀਨੇ ਪਹਿਲਾਂ ਜਾਈਏ ਤਾਂ ਲਗਭਗ 2 ਤੋਂ 2.5 ਕਰੋੜ ਰੁਪਈਆ ਮੇਰੀ ਵਾਰਡ ਦੇ ਵਿੱਚ ਲੱਗ ਚੁੱਕਿਆ ਹੈ, ਜਿਸ ਦਾ 4 ਮਰਲੇ ਦੇ ਨਾਲ ਲੱਗਦੇ ਜਿਹੜੇ ਨਾਲੇ ਨੇ, ਕਮ ਸੇ ਕਮ 4 ਹਜ਼ਾਰ ਤੋਂ 5 ਹਜ਼ਾਰ ਮੀਟਰ ਜਿਹੜੇ ਲੰਬੇ ਨਾਲੇ, ਨਿਕਾਸੀ ਨਾਲੇ ਬਿਲਕੁਲ ਬੰਦ ਖਸਤੇ ਹਾਲਤ ਸੀ, ਉਹ ਬਣਵਾਏ ਗਏ। ਹੁਣ ਇਸ ਵੇਲੇ ਵੀ ਲਗਭਗ 50 ਲੱਖ ਤੋਂ ਲੈ ਕੇ 60-70 ਲੱਖ ਦੇ ਜਿਹੜੇ ਕੰਮ ਹੈ ਮੇਰੀ ਵਾਰਡ 'ਚ ਅਪਰੋਕਸੀਮੇਟਲੀ ਚੱਲ ਰਹੇ ਨੇ। ਜਿਸ ਤਰ੍ਹਾਂ ਮੈਂ ਜੰਝ ਘਰ ਕਮਿਊਨਿਟੀ ਹਾਲ ਬਣਾ ਕੇ ਪਹਿਲੋਂ MLA ਸ਼੍ਰੀ ਅਮਿਤ ਵਿਜ ਦੀ ਬਦੌਲਤ ਤਿਆਰ ਕਰਵਾਇਆ ਸੀ, ਮੇਰੀ ਦੁਆਰਾ ਮੰਗ ਤੇ, ਮੇਰੀ ਵਾਰਡ ਦੀ ਮੰਗ ਤੇ ਇਹ ਕਮਿਊਨਿਟੀ ਹਾਲ ਦੇ ਉੱਪਰ ਇੱਕ ਹਾਲ ਹੋਰ ਬਣ ਰਿਹਾ, ਜਿਹੜਾ ਤੁਸੀਂ ਮੇਰੇ ਕੋਲ ਇਸ ਵੇਲੇ ਕੰਮ ਚੱਲ ਰਿਹਾ ਹੈ ਜ਼ੋਰਾਂ ਦੇ ਨਾਲ। ਇੱਕ ਸਰਕਾਰੀ ਡਿਸਪੈਂਸਰੀ, ਇੱਕ ਹੈਲਥ ਸੈਂਟਰ ਮਜਬੂਰ ਕਰਵਾਇਆ ਹੈ ਇੱਥੇ, ਔਰ ਉੱਪਰ 2 ਟਾਇਲਟਸ ਥੱਲੇ, ਔਰ ਇੱਕ ਸ਼ਾਨਦਾਰ ਜਿਹੜਾ ਹੈ ਡਿਸਪੈਂਸਰੀ ਨਾਲ ਇਸ ਮੁਹੱਲਾ ਜਿਹੜਾ ਗਰੀਬ ਹੈ ਮੇਰਾ, ਇਸ 'ਤੇ ਡਾਕਟਰ ਬੈਠਣਗੇ, ਫ੍ਰੀ ਮੈਡੀਸਿਨ ਇਹਨਾਂ ਨੂੰ ਦਵਾਈਆਂ ਮਿਲਣਗੀਆਂ। ਇਹ ਬੜੀ ਵੱਡੀ ਇੱਕ ਜਿੱਤ ਹੋਈ ਹੈ ਮੇਰੀ ਵਾਰਡ ਦੀ, ਮੇਰੇ ਗਰੀਬਾਂ ਲੋਕਾਂ ਦੀ ਜਿੱਤ ਹੋਈ ਹੈ। ਮੇਰੀ ਸੋਚ ਤੋਂ ਵੀ ਹਟਵਾ ਸੀ ਕਿ ਇੰਨੇ ਵੱਡੇ ਜਿਹੜੇ ਕੰਮ ਹੈ ਮੈਂ ਇਹ ਕਰਵਾ ਸਕਾਂਗਾ। ਔਰ ਇਹਦੇ ਨਾਲ 4 ਮਰਲੇ ਏਰੀਏ ਦੇ ਵਿੱਚ ਇੱਕ ਸੁੰਦਰ ਪਾਰਕ ਜਿਹੜੀ ਹੈ ਲਗਭਗ 12-14-15 ਲੱਖ ਰੁਪਈਆ ਲੱਗ ਚੁੱਕਿਆ, ਜਿਹਦੇ ਉੱਤੇ ਉਹ ਵੀ ਬਣ ਕੇ ਬਿਲਕੁਲ ਤਿਆਰ ਹੈ, ਲੋਕਾਂ ਦੇ ਸਮਰਪਿਤ ਹੈ। ਇੱਕ 15 ਲੱਖ ਦੇ ਨਾਲ ਆਪਣਾ ਰੋਡ ਮੇਰੇ ਘਰ ਤੋਂ ਲੈ ਕੇ ਜਿਹੜਾ ਰਜਿਸਟਰੀ ਦੁਕਾਨ ਤੱਕ ਹੈ, CC ਫਲੋਰਿੰਗ, ਉਹ ਕੰਮ ਅਜੇ ਚੱਲ ਰਿਹਾ ਹੈ। ਉਹਦੇ ਨਾਲ ਦੀਆਂ ਜਿਹੜੀਆਂ ਗਲੀਆਂ ਉਸ ਦੇ ਕੰਮ ਵੀ ਜ਼ੋਰਾਂ ਦੇ ਨਾਲ ਚੱਲ ਰਹੇ ਨੇ। ਸਰ ਤੁਸੀਂ ਕਾਫੀ ਕੰਮ ਬਣਾ ਰਹੇ ਹੋ, ਤੁਸੀਂ ਕੰਮ ਕਰਵਾਏ, ਕੰਮਾਂ ਕਰਾਉਣ ਦੇ ਵਿੱਚ ਤੁਹਾਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੋਵੇਗਾ। ਬਿਲਕੁਲ, ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਜਦੋਂ ਮੈਂ ਇਲੈਕਸ਼ਨ ਜਿੱਤਿਆ ਇੰਡੀਪੈਂਡੈਂਟ 5-6 ਮਹੀਨੇ ਤੋਂ ਪਹਿਲਾਂ ਮੈਨੂੰ ਸਮਝ ਨਹੀਂ ਆਈ ਕਿ ਕਿਸ ਤਰ੍ਹਾਂ ਇੱਕ ਦੁਕਾਨ ਖੋਲ੍ਹ ਲਈਏ ਆਪਾਂ, ਅਤੇ ਦੁਕਾਨ ਜਦੋਂ ਖੋਲ੍ਹ ਲਈਏ ਸਾਨੂੰ ਪਤਾ ਨਾ ਹੋਏ ਕਿ ਸੌਦਾ ਕੀ ਨਾ ਆਇਆ ਕੀ ਨਹੀਂ। ਇਹ ਜਈ ਜਾਂ ਸੀਨੀਅਰ ਲੀਡਰ ਸੀ, ਜੋ ਸ਼ਿਪ ਸੀ, ਜਾਂ ਮੇਰੇ ਨਾਲ ਜੋ ਅਟੈਚ ਹੁੰਦੇ ਗਏ, ਮੈਨੂੰ ਦੱਸ ਕੁਛ ਉਹਨਾਂ ਕੋਲ ਗਾਈਡਲਾਈਨ ਲੈਂਦਾ ਗਿਆ, ਔਰ ਉਹਨਾਂ ਨੇ ਮੈਨੂੰ ਸਮਝਾਇਆ ਵੀ ਇਸ ਤਰ੍ਹਾਂ ਕੰਮ ਕਰਵਾਈ ਦੇ, ਇਸ ਤਰ੍ਹਾਂ ਟੈਂਡਰ ਲਗਵਾਈ ਦੇ ਹੈ, ਇਸ ਤਰ੍ਹਾਂ ਐਕਸਪੀਰੀਮੈਂਟ ਬਣਦੇ ਆ, ਔਰ ਇਹ ਪਾਸ ਕਰਵਾਈ ਦੇ ਆ। ਅਤੇ ਹੁਣ ਤਾਂ ਖੈਰ ਇਸ ਚੀਜ਼ ਦੀ ਅਸੀਂ PhD ਕਰ ਲਈ ਹੈ ਕੰਮਾਂ ਦੇ ਮਾਮਲੇ ਦੇ ਵਿੱਚ, ਕਿ ਮੈਨੂੰ ਲੱਗਦਾ ਨਹੀਂ ਗਾ ਕਿ ਆਉਣ ਵਾਲੇ 2 ਮਹੀਨੇ ਦੇ ਵਿੱਚ ਜੇ ਕੋਈ ਤਿਲ ਫੁੱਲ ਕੰਮ ਰਹਿ ਵੀ ਗਿਆ ਹੈ ਤੇ ਉਹ ਵੀ ਨਹੀਂ ਮੇਰੇ ਹਿਸਾਬ 'ਚ ਰਹਿਣਾ। ਮੈਂ ਬੜਾ ਸੰਤੁਸ਼ਟ ਹਾਂ ਇਸ ਵੇਲੇ, ਕਿਉਂਕਿ ਤੁਸੀਂ ਹਰ ਸ਼੍ਰੇਅ ਕਿਹਨੂੰ ਦਿੰਦੇ ਹੋ ਸਾਰੇ ਕੰਮਾਂ ਦਾ, ਜਿਹੜਾ ਵਾਰਡ ਦੇ ਜਿੰਨੇ ਕੰਮ ਹੋਏ ਨੇ, ਲਗਾਤਾਰ ਵਿਕਾਸ ਕਾਰਜ ਹਜੇ ਵੀ ਚੱਲ ਰਹੇ ਨੇ, ਇਹਨਾਂ ਕੰਮਾਂ ਦਾ ਸ਼੍ਰੇਅ ਤੁਸੀਂ ਕਿਹਨੂੰ ਦਿੰਦੇ ਹੋ? ਦੇਖੋ ਜੀ, ਇਸ ਸਾਰੇ ਹੀ ਕੰਮਾਂ ਦਾ ਸ਼੍ਰੇਅ MLA ਸ਼੍ਰੀ ਅਮਿਤ ਵਿਜ ਜੀ ਨੂੰ ਜਾਂਦਾ ਹੈ, ਜਿਨ੍ਹਾਂ ਨੇ ਇੱਕ ਯੰਗਸਟਰ MLA ਨੇ ਸਾਡੇ, ਜਿਨ੍ਹਾਂ ਨੇ ਮੇਰੇ ਨਾਲ ਮੇਰੀ ਬਾਂਹ ਫੜੀ, ਔਰ ਮੈਂ ਇੱਕ ਟੱਚ ਵੁੱਡ ਕਹਿ ਰਿਹਾ ਕਿ ਮੈਂ ਜੋ ਵੀ ਕੰਮ ਆਪਣੀ ਵਾਰਡ ਦਾ ਕਿਹਾ ਉਹਨਾਂ ਨੂੰ,
ਔਰ ਉਸੇ ਵੇਲੇ ਉਹਨਾਂ ਨੇ ਧਿਆਨ ਕਰਦੇ ਹੋਏ ਜਿਹੜੇ ਤੇ ਮੌਕੇ ਦੇ ਹੋਣ ਵਾਲੇ ਆ ਮੌਕੇ ਦੇ ਫੋਨ ਕਰ ਦਿੰਦੇ ਨੇ ਉਸੇ ਵੇਲੇ ਵੀ ਇਹ ਕੰਮ ਕੁਇਕਲੀ ਹੋਣਾ ਚਾਹੀਦਾ ਹੈ। ਉਹ ਬਹੁਤ ਸਾਰੇ ਕੰਮਾਂ ਵਿੱਚ ਤੇ ਐਮਐਲਏ ਸਾਹਿਬ ਕੋਲ ਮੈਂ ਪਰਸਨਲ ਵੀ ਪੈਸੇ ਲਏ, ਜਿਸ ਤਰ੍ਹਾਂ ਤੇ ਐਲਈਡੀ ਲਾਈਟ ਸਾਰੀ ਵਾਰਡ 'ਚ ਲਗਵਾਈ, ਉਸ ਦੇ ਵਿੱਚ ਵਾਇਰ ਨਹੀਂ ਸੀ ਕਾਰਪੋਰੇਸ਼ਨ ਦੇ ਵਿੱਚ, ਮੌਕੇ ਤੇ ਐਮਐਲਏ ਸਾਹਿਬ ਨੇ ਆਪਣੀ ਪਰਸਨਲੀ ਜੇਬ ਵਿੱਚੋਂ ਪੈਸੇ ਦੇ ਕੇ ਵਾਇਰ ਵੀ ਡਲਵਾਈ ਮੇਰੀ ਵਾਰਡ ਦੇ ਵਿੱਚ। ਇੱਕ ਜੰਝ ਘਰ ਵਿੱਚ ਪੌੜੀ ਦਾ ਕੰਮ ਸੀਗਾ, ਮੈਂ ਆਪਣੇ ਕਮਿਊਨਿਟੀ ਹਾਲ ਜਿਹੜਾ ਬਣਾਇਆ ਤੇਰੀ ਟੀਮ ਨੂੰ ਲੈ ਗਿਆ, ਮੌਕੇ ਤੇ 11,000 ਰੁਪਏ ਆਪਣੀ ਜੇਬ ਦੇ ਵਿੱਚੋਂ ਕੱਢ ਕੇ ਦਿੱਤਾ ਪੌੜੀ ਚੜਾਉਣ ਲਈ। ਮਤਲਬ ਕਿ ਛੋਟੇ ਕੰਮ ਵਿੱਚ ਉਹਨਾਂ ਨੇ ਫਾਈਨੈਂਸ਼ਲੀ ਜਿਹੜੀ ਹੈਲਪ ਆਪਣੇ ਕੋਲੋਂ ਵੀ ਦਿੱਤੀ ਮੈਨੂੰ। ਔਰ ਅੱਜ ਜੋ ਕਮਿਊਨਿਟੀ ਹਾਲ ਇਸ ਵੇਲੇ ਬਣ ਰਿਹਾ, ਜਿਹੜੇ ਰੋਡ ਬਣ ਰਹੇ ਨੇ ਜਾਂ ਉਸ ਦੇ ਨਾਲ ਲੱਗਦੀਆਂ ਗਲੀਆਂ ਬਣ ਰਹੀਆਂ ਜਾਂ ਨਾਲੇ ਬਣ ਰਹੇ ਨੇ, ਇਹ ਸਿਰਫ ਐਮਐਲਏ ਸ਼੍ਰੀ ਅਮਿਤ ਵਿਜ ਜੀ ਦੀ ਬਦੌਲਤ ਹੈ, ਜਿਨ੍ਹਾਂ ਦਿਸ਼ਾ ਨਿਰਦੇਸ਼ ਉਹਨਾਂ ਨੇ ਮੈਨੂੰ ਪਹਿਲੋਂ ਹੀ ਮੇਰੇ ਕੋਲ ਇੱਕ ਪਰਸਨਲੀ ਇੱਕ ਕਾਗਜ਼ 'ਤੇ ਲਿਖ ਕੇ ਰੱਖ ਲਿਆ ਆਪਣੇ ਲੈਟਰ ਪੈਡ 'ਤੇ ਕਿ ਵਾਰਡ ਦੇ ਵਿੱਚ ਕਿਸੇ ਵੀ ਚੀਜ਼ ਦੀ ਕੋਈ ਵੀ ਕਮੀ ਨਹੀਂ ਰਹਿਣੀ ਚਾਹੀਦੀ। ਔਰ ਮੈਂ ਜੋ ਕੰਮ ਉਹਨਾਂ ਨੂੰ ਲਿਖ ਕੇ ਦਿੱਤੇ ਉਹਨਾਂ ਵਿੱਚੋਂ 80% ਕੰਮ ਹੋ ਗਏ ਦੇ ਨੇ, ਉਹ ਜੇ 20% ਆ ਉਹ ਵੀ ਹੋਣ ਵਾਲੇ ਨੇ, ਮਤਲਬ ਕਿ ਚੱਲ ਰਹੇ ਨੇ ਕੰਮ। ਉਹਨਾਂ ਦੇ ਕੁਝ ਵਰਕ ਆਰਡਰ 2-4 ਦਿਨ 'ਚ ਰਹਿ ਗਿਆ, ਉਹ ਪੂਰਾ ਹੋ ਜਾਣਾ ਆ। ਮੈਂ ਬੜਾ ਸੰਤੁਸ਼ਟ ਹਾਂ ਕਿਉਂਕਿ ਸੀਵਰੇਜ ਪਾਈਪ ਪੈ ਗਈ, ਵਾਟਰ ਪਾਈਪਾਂ ਇੱਥੇ ਪੈ ਗਈਆਂ ਆ, ਗਲੀਆਂ ਅੰਡਰਗਰਾਊਂਡ ਹੋ ਗਈਆਂ, ਨਾਲੇ ਬਣ ਗਏ ਨੇ, ਜੰਝ ਘਰ ਬਣ ਗਏ ਹੈ, ਸ਼ੌਚਾਲਿਆਂ ਦੇ ਲੋਕਾਂ ਨੂੰ ਪੈਸੇ ਆ ਗਏ ਨੇ, ਪੈਨਸ਼ਨ ਕਾਰਡ ਜਿਹੜੇ ਹੈ 745 ਬਣਾ ਕੇ ਦੇ ਦਿੱਤੇ ਨੇ। ਔਰ ਇਹ ਸਭ ਮੇਰੇ ਐਮਐਲਏ ਸਾਹਿਬ ਦੀ ਬਦੌਲਤ ਹੈ, ਕਿਉਂਕਿ ਕਿਸੇ ਵੀ ਅਫਸਰ ਕੋਲ ਜਾ ਕੇ ਮੈਂ ਕੋਈ ਕੰਮ ਕਰਵਾਉਣਾ, ਜਿੱਥੇ ਮੈਨੂੰ ਦੁਵਿਧਾ ਆਉਂਦੀ ਹੈ ਉਹ ਉਸ ਦੁਵਿਧਾ ਨਾਲ ਪੂਰਾ ਕਰਦੇ ਨੇ। ਹੁਣ ਫਰੈਸ਼ ਜਿਹੜੇ ਕਣਕ ਵਾਲੇ ਕਾਰਡ ਨੇ ਮੇਰੀ ਵਾਰਡ 'ਚ ਲਗਭਗ ਕੋਈ ਇੱਕਾ ਦੁੱਕਾ ਰਹਿ ਗਿਆ ਹੋਏ ਮੈਂ ਕਹਿ ਨਹੀਂ ਸਕਦਾ, ਲਗਭਗ ਜਿੰਨੇ ਵੀ ਗਰੀਬ ਲੋਕ ਜਿਨ੍ਹਾਂ ਦੇ ਕਾਰਡ ਨਿਊ ਨਹੀਂ ਸੀ ਬਣੇ ਉਹਨਾਂ ਨੂੰ ਨਿਊ ਕਾਰਡ ਵੀ ਬਣਾ ਕੇ ਦੇ ਛੱਡੇ ਨੇ, ਔਰ ਜਿਨ੍ਹਾਂ ਦੇ ਕਾਰਡ ਪਿੱਛੇ ਬਹਾਲ ਨਹੀਂ ਸੀ ਉਹ ਬਹਾਲ ਵੀ ਕਰਾਏ ਨੇ ਉਹਨਾਂ ਦੇ ਕਾਰਡ। ਸਰ ਇਹ ਤਾਂ ਹੋਈ ਵਿਕਾਸ ਕਾਰਜ ਦੀ ਗੱਲ, ਕਰੋਨਾ ਮਹਾਮਾਰੀ ਦਾ ਵੀ ਕਾਫੀ ਦੌਰ ਰਿਹਾ, ਹਜੇ ਵੀ ਹੈਗਾ ਆ ਕਰੋਨਾ ਮਹਾਮਾਰੀ, ਕਾਫੀ ਕਰੋਨਾ ਪੇਸ਼ੈਂਟ ਆ ਰਹੇ ਨੇ, ਤੇ ਲੋਕਡਾਊਨ ਦੇ ਵਿੱਚ ਜਿਹੜੇ ਲੋਕ ਕਿ ਬਿਲਕੁਲ ਕਿਸੇ ਵੀ ਪਾਸੋਂ ਬੇਰੁਜ਼ਗਾਰ ਸੀਗੇ, ਹਰ ਪਾਸੋਂ ਬੇਰੁਜ਼ਗਾਰ ਸੀ, ਕਮਾ ਨਹੀਂ ਸਕਦੇ ਸੀਗੇ, ਉਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਨਾਲ ਹੈਲਪ ਦਿੱਤੀ ਹੈ, ਕੀ ਉਹਨਾਂ ਵਾਸਤੇ ਕੀਤਾ ਹੈ? ਦੇਖੋ ਜੀ, ਉਹ ਮੇਰੇ ਮਨ ਨੂੰ ਜਿੰਨਾ ਕਿ ਮੈਂ ਸੰਤੁਸ਼ਟ ਹਾਂ, ਮੇਰਾ ਉਸ ਪ੍ਰਮਾਤਮਾ ਦੀ ਇਸ ਲਾਕਡਾਊਨ ਦੇ ਵਿੱਚ ਉਸ ਪ੍ਰਮਾਤਮਾ ਨੇ ਮੇਰੀ ਇਹੋ ਜਿਹੀ ਬਾਂਹ ਫੜੀ ਕਿ ਜਿਹੜੀ ਮੇਰੀ ਸੋਚ ਵੀ ਬਾਹਰ ਸੀ। ਮੈਂ ਔਰ ਮੇਰੇ ਨਾਲ ਬ੍ਰਹਮਾ ਸ਼ਾਲ ਔਰ 4 ਮਰਲੇ ਦੀ ਇੱਕ ਟੀਮ ਅਸੀਂ ਬਣਾਈ, ਜਿਸ ਦੇ ਵਿੱਚ ਕੁਛ ਨੂੰ ਹੈਲਪ ਕਾਰਡ ਬਣਾ ਕੇ ਦਿੱਤੇ ਗਏ, ਅਸੀਂ ਅੰਦਰ ਬਾਹਰ ਜਾ ਸਕੀਏ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਦੇ ਹੋਏ ਮੈਂ ਔਰ ਮੇਰੇ 2 ਬ੍ਰਦਰ ਨੇ, 1-2 ਮੇਰਾ ਫਰੈਂਡ ਸਰਕਲ, 4-5 ਗੱਡੀਆਂ ਮੈਂ ਹਾਇਰ ਕੀਤੀਆਂ ਤਾਂ ਕਿ ਇਸ ਦੇ ਵਿੱਚ ਜਿਹੜੀ ਹੈ ਲਾਕਡਾਊਨ ਦੇ ਵਿੱਚ ਜੇ ਕੋਈ ਪੇਸ਼ੈਂਟ ਬਿਮਾਰ ਹੋ ਜਾਂਦਾ ਤੇ ਉਸ ਨੂੰ ਕੋਈ ਕਿੱਲਤ ਨਾ ਆਏ। 2-2.5 ਮਹੀਨੇ ਕੰਟੀਨਿਊਸ, ਅੱਜ ਵੀ ਅਸੀਂ ਉਹ ਮੁਹਿੰਮ ਮੇਰੀ ਅਜੇ ਵੀ ਜਾਰੀ ਹੈ। ਵੈਸੇ ਅੱਜ ਤੱਕ ਮੈਂ 65 ਤੋਂ 70 ਜਿਹੜੇ ਪੇਸ਼ੈਂਟ ਹੈ, 65 ਤੋਂ 70 ਜਿਹੜੇ ਪੇਸ਼ੈਂਟ ਹੈ ਅਸੀਂ ਸਿਵਲ ਹਸਪੀਟਲ ਜਾਂ ਦੂਸਰੇ ਪ੍ਰਾਈਵੇਟ ਹਸਪੀਟਲਾਂ 'ਚ ਜਾ ਕੇ ਉਹਨਾਂ ਦਾ ਇਲਾਜ ਕਰਾ ਕੇ ਉਹਨਾਂ ਨੂੰ ਘਰ 'ਚ ਲਿਆਂਦਾ। ਔਰ 41 ਡੇ 1000 ਬੰਦੇ ਦੀ ਰੋਟੀ ਰੋਜ਼ਾਨਾ। ਇੱਕ ਮਾਤਾ ਕਾਲੀ ਜੀ ਦਾ ਮੰਦਿਰ ਹੈ 4 ਮਰਲੇ ਵਿੱਚ, ਉੱਥੇ ਰਸੋਈ ਘਰ ਬਣਾਇਆ ਗਿਆ ਔਰ 1000 ਬੰਦੇ ਦਾ ਖਾਣਾ ਜਿਹੜਾ ਆ ਗੱਡੀ ਰਾਹੀਂ ਅਸੀਂ ਬ੍ਰਹਮਾਸ਼ਾਲ ਏਰੀਆ ਔਰ ਆਪਣੇ 4 ਮਰਲੇ ਏਰੀਆ ਦੇ ਵਿੱਚ ਰੋਜ਼ ਸ਼ਾਮ ਨੂੰ ਕੰਟੀਨਿਊ ਦਿੰਦੇ ਰਹੇ ਹਾਂ। ਇਸ ਤੋਂ ਇਲਾਵਾ ਹਰ ਘਰ ਵਿੱਚ ਸੁੱਕਾ ਰਾਸ਼ਨ, ਇੱਥੇ ਬ੍ਰਹਮਾਸ਼ਾਲ ਦੇ ਵਿੱਚ ਤੁਸੀਂ ਵਿਜ਼ਿਟ ਕਰਕੇ ਦੇਖ ਲਓ, ਇੱਥੇ ਲਗਭਗ 350 ਪਰਿਵਾਰ ਆ। 350 ਪਰਿਵਾਰ ਮਤਲਬ 350 ਪਰਿਵਾਰ ਨੂੰ ਹੀ ਜਿਹੜਾ ਆ ਕੰਟੀਨਿਊਸ ਇੱਕ ਵਾਰੀ, ਜਿਹੜੇ ਜ਼ਿਆਦਾ ਲੋੜਵੰਦ ਸੀ ਉਹਨੂੰ 2-2 ਵਾਰੀ, ਜਿਹੜੇ ਉਸ ਤੋਂ ਜ਼ਿਆਦਾ ਲੋੜਵੰਦ ਸੀ ਅਜੇ ਤੱਕ ਵੀ ਉਹਨਾਂ ਨੂੰ ਅਸੀਂ ਜਿਹੜਾ ਰਾਸ਼ਨ ਦੇ ਰਹੇ ਹਾਂ। ਇਸ ਤਰ੍ਹਾਂ ਹੀ 4 ਮਰਲੇ ਦੇ ਵਿੱਚ ਵੀ ਅਸੀਂ ਕੋਈ ਘਰ ਨਹੀਂ ਛੱਡਿਆ ਜਿੱਥੇ ਸੁੱਕਾ ਰਾਸ਼ਨ ਵੀ ਗਵਰਨਮੈਂਟ ਵਾਲਾ ਨਹੀਂ ਪਹੁੰਚਾਇਆ। ਸਰ ਮੇਰਾ ਆਖਰੀ ਸਵਾਲ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਲੈਕਸ਼ਨ ਹੈਗੇ ਆ ਕਾਰਪੋਰੇਸ਼ਨ ਦੇ, ਤੇ ਤੁਸੀਂ ਪਹਿਲਾਂ ਤਾਂ ਜਿੱਤੇ ਕਾਫੀ ਜ਼ਿਆਦਾ ਵਾਰਡ ਦੇ ਕੰਮ ਕਰਵਾਏ ਹੈਗੇ ਵਿਕਾਸ ਕਰ ਰਹੇ ਹੋ, ਹੁਣ ਆਉਣ ਵਾਲੇ ਟਾਈਮ ਦੇ ਵਿੱਚ ਕਿਵੇਂ ਕੰਮ ਕਰਵਾਓਗੇ? ਕੀ ਤੁਹਾਡਾ ਏਜੰਡਾ ਰਹੇਗਾ ਵਾਰਡ ਦੇ ਵਿੱਚ ਜਿਹੜੇ ਵੀ ਕੰਮ ਹੋ ਰਹੇ ਆ ਜਾਂ ਹੋਣ ਵਾਲੇ ਹੈਗੇ ਆ, ਉਸ ਚੀਜ਼ ਨੂੰ ਲੈ ਕੇ ਕਿਵੇਂ ਕਰਾਓਗੇ? ਲੋਕਾਂ ਦਾ ਭਰੋਸਾ ਕਿਵੇਂ ਜਿੱਤੋਗੇ? ਇਸ ਤਰ੍ਹਾਂ ਜੀ, ਮੈਂ ਜਦੋਂ ਇਲੈਕਸ਼ਨ ਜਿੱਤਿਆ ਸੀ ਪਿੱਛੇ ਵੀ, ਮੈਂ 5 ਸਾਲ, ਮੈਨੂੰ ਅੱਜ ਤੱਕ ਵੀ ਮੈਂ ਆਪਣੇ ਆਪ ਨੂੰ ਪਾਰਸ਼ਦ ਨਹੀਂ ਸਮਝਦਾ ਕਿ ਮੈਂ ਪਾਰਸ਼ਦ ਹੈਗਾ ਹਾਂ। ਮੈਂ ਅੱਜ ਤੋਂ 20 ਸਾਲ ਤੋਂ ਪਹਿਲਾਂ ਗਰੀਬ ਲੜਕੀਆਂ ਦੇ ਵਿਆਹ ਕਰਾਉਣੇ, ਅਨਦਰਸ ਜਿਹੜੀ ਕਿ ਬਿਨਾਂ ਕਰੀ ਸੋਚਿਆ ਵੀ ਨਹੀਂ ਕਿ ਮੈਂ ਇਲੈਕਸ਼ਨ ਲੜਨਾ, ਉਹ ਮੈਂ ਸੇਵਾਵਾਂ ਪਹਿਲਾਂ ਵੀ ਦਿੰਦਾ ਗਿਆ ਔਰ 5 ਸਾਲ ਦੇ ਵਿੱਚ ਵੀ ਦਿੰਦੀ ਆ। ਮੇਰੀਆਂ 5 ਸਾਲ ਅੱਗੇ ਵੀ ਇਹ ਜਿਹੜੀਆਂ ਸੇਵਾਵਾਂ ਕੰਟੀਨਿਊ ਮੇਰੀਆਂ ਜਿਹੜੀ ਜਾਰੀ ਰਹਿਣੀਆਂ ਹੈ। ਮੈਂ ਵਾਰਡ ਦਾ ਨਾ MC ਹੈਗਾ, ਨਾ ਮੈਂ ਕਦੀ ਆਪਣੇ ਆਪ ਨੂੰ ਕਦੀ ਲਾਈਫ ਟਾਈਮ 'ਚ MC ਕਹਿਣਾ। ਇਹ ਭਗਵਾਨ ਨੇ, ਇਹ ਲੋਕਾਂ ਨੂੰ ਮੇਰੀ ਜ਼ਰੂਰਤ ਹੈ, ਮੈਨੂੰ ਇਹਨਾਂ ਦੀ ਵੀ ਜ਼ਰੂਰਤ ਹੈ, ਕਿਉਂਕਿ ਜਦੋਂ ਮੈਂ ਕੋਈ ਕੰਮ ਕਰਨਾ ਹੈ ਗਰੀਬ ਲੋਕਾਂ ਦਾ, ਮੇਰੇ ਮਨ ਨੂੰ ਬੜੀ ਸ਼ਾਂਤੀ ਹੁੰਦੀ ਹੈ। ਔਰ ਮੈਂ ਕੰਟੀਨਿਊਸ ਇਹ 24 ਆਵਰ ਸਰਵਿਸ ਜਿਹੜੀ ਮੈਂ ਦਿੰਦਾ ਆ, ਚਾਹੇ ਰਾਤ ਨੂੰ 2-2:30 ਵਜੇ ਮੈਨੂੰ ਕੋਈ ਫੋਨ ਆ ਜਾਂਦਾ, ਮੈਂ 2-2:30 ਵਜੇ ਚੱਲ ਜਾਂਦਾ ਆ। 24 ਘੰਟੇ ਜਦ ਤੱਕ ਮੇਰੇ ਸਰੀਰ ਦੇ ਵਿੱਚ ਤਾਕਤ ਹੈ, ਮੈਂ 24 ਘੰਟੇ ਇਹਨਾਂ ਦੀ ਸੇਵਾ ਕਰਨੀ ਹੈ। ਜਦ ਤੱਕ ਪ੍ਰਮਾਤਮਾ ਮੇਰੇ ਕੋਲ ਸੇਵਾ ਕਰਾਉਂਦਾ ਰਹੇਗਾ, ਇਹ ਲੋਕ ਮੈਨੂੰ ਮੇਰੇ ਕੰਮਾਂ ਤੋਂ ਖੁਸ਼ ਰਹਿਣਗੇ, ਤਦ ਤੱਕ ਮੈਂ ਆਪਣੀ ਸੇਵਾਵਾਂ ਕੰਟੀਨਿਊ ਦਿੰਦਾ ਰਹਾਂਗਾ। ਔਰ ਜਿਸ ਦਿਨ ਇਹ ਲੋਕਾਂ ਨੂੰ ਮੈਂ ਉਦੋਂ ਵੀ ਮੰਦਿਰ 'ਤੇ ਚੜ੍ਹ ਕੇ ਕਸਮ ਖਾਧੀ ਸੀ ਮਾਤਾ ਜੀ ਦੇ ਕਿ ਮੈਂ ਕਦੀ ਵੀ ਆਪਣੀ ਵਾਰਡ ਨੂੰ ਜਿਹੜੀ MC ਹੋਣ ਦੇ ਨਾਤੇ
ਕਿਸੇ ਵੀ ਚੀਜ਼ ਦੀ ਕਿੱਲਤ ਪੈਂਦੀ ਹੈ ਉਹ ਮੈਂ ਕਿੱਲਤ ਕਦੀ ਨਹੀਂ ਆਉਣ ਦਿਆਂਗਾ। ਇਹ ਮੇਰਾ ਪ੍ਰੋਮਿਸ ਅੱਜ ਵੀ ਹੈਗਾ ਆ ਔਰ ਸਦਾ ਜਦ ਤੱਕ ਮੇਰੇ ਸਰੀਰ ਦੇ ਵਿੱਚ ਜਾਨ ਹੈ। ਇਹ ਮੇਰੀ ਵਾਰਡ ਜੋ ਹੈ ਮੇਰੀ ਵਾਰਡ ਨਹੀਂ ਹੈ, ਮੇਰਾ ਇੱਕ ਫੈਮਿਲੀ ਬਣ ਗਈ ਦੀ ਹੈ। ਇਹ ਮੇਰੀ ਫੈਮਿਲੀ ਦਾ ਹਿੱਸਾ ਹੈ। ਕੁਛ ਟਾਈਮ ਤੇ ਇੱਧਰ ਮੈਂ ਜਾਣਦਾ ਨਹੀਂ ਕੋਈ ਪਰਿਵਾਰ ਕਿੱਥੇ ਰਹਿੰਦਾ ਹੈ। ਅੱਜ ਮੈਂ ਕਿਸੇ ਵੀ ਘਰ ਦੇ ਵਿੱਚ ਚੱਲ ਜਾਂਦਾ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਉਹਨਾਂ ਦੇ ਵਾਈ ਨੇਮ ਮੈਨੂੰ ਪਤਾ ਨੇ, ਬੱਚਿਆਂ ਦੇ ਨਾਂ ਪਤਾ ਨੇ। ਹਰ ਘਰ ਜਾਂਦਾ ਇੱਦਾਂ ਲੱਗਦਾ ਕਿ ਮੇਰਾ ਪਰਿਵਾਰ ਹੁਣ ਐਡਾ ਵੱਡਾ ਹੋ ਗਿਆ ਹੈ ਔਰ ਇਹ ਮੇਰੀ ਤਾਕਤ ਬਣੀ ਹੈ ਪਰਿਵਾਰ ਮੇਰਾ। ਔਰ ਮੈਨੂੰ ਇੰਨਾ ਪਿਆਰ ਦਿੰਦੇ ਨੇ ਹਰ ਗਲੀ ਵਿੱਚ, ਹਰ ਘਰ ਵਿੱਚ ਕਿ ਜਿਹੜਾ ਮੈਂ ਕਈ ਵਾਰੀ ਸੋਚ ਕੇ ਇੰਨਾ ਖੁਸ਼ ਹੁੰਦਾ ਕਿ ਭਗਵਾਨ ਮੈਂ ਕਿਹੜੇ ਅੱਛੇ ਕਰਮ ਕੀਤੇ ਨੇ ਕਿ ਮੈਨੂੰ ਇਹੀ ਸੁੰਦਰ ਚਾਹੇ ਵਾਰਡ ਮੇਰੀ ਜੂ ਪੂਰ ਹੈ ਪਰ ਜਿੰਨਾ ਦਿਲ ਵਾਲੀ ਵਾਰਡ ਇਹ ਔਰ ਜਿੰਨਾ ਪਿਆਰ ਦੇਣ ਵਾਲੀ ਇਹ ਵਾਰਡ ਹੈ ਸ਼ਾਇਦ ਹਿੰਦੁਸਤਾਨ 'ਚ ਕੋਈ ਇਹੋ ਜਿਹੀ ਵਾਰਡ ਨਾ ਹੋਵੇ। ਪਠਾਨਕੋਟ ਤੋਂ ਕੈਮਰਾਮੈਨ ਅਭਿਸ਼ੇਕ ਭਾਰਦਵਾਜ ਦੇ ਨਾਲ ਅਜੇ ਸੈਣੀ ਦੀ ਰਿਪੋਰਟ।